Good afternoon, students. So here is the format of realization account. Yesterday we have studied about the general entries. Today you have to study about the perform of realization account. कि realization account ਦਾ accounting form 'ਚ ਆਪਾਂ ਕਿੱਦਾਂ ਇਹਨੂੰ draw ਕਰਦੇ ਹਾਂ। ਸੋ ਫਸਟ ਆਫ ਆਲ ਕਿੱਦਾਂ ਸਟਾਰਟਿੰਗ ਕਰਨੀ ਆ, ਬੈਲੈਂਸ ਸ਼ੀਟ ਦੇ ਵਿੱਚ ਜਿੰਨੇ ਵੀ ਤੁਹਾਡੇ ਐਸੈਟਸ ਗਿਵਨ ਹੁੰਦੇ ਆ ਉਹ ਆਪਾਂ ਟੂ ਸਾਈਡ ਤੇ ਇੱਥੇ ਲਿਖ ਦਿੰਦੇ ਆ ਟੂ ਐਸੈਟਸ ਐਜ਼ ਇਟ ਇਜ਼ ਕਾਪੀ ਕਰ ਦਿੰਦੇ ਆ ਜਿੰਨੇ ਵੀ ਐਸੈਟਸ ਤੁਹਾਡੇ ਬੈਲੈਂਸ ਸ਼ੀਟ ਦੇ ਵਿੱਚ ਮੈਂਸ਼ਨ ਹੋਣਗੇ ਐਕਸੈਪਟ ਦੀ ਕੈਸ਼ ਔਰ ਬੈਂਕ ਬੈਲੈਂਸ ਨਹੀਂ ਆਉਂਦਾ। ਦੈਨ ਬਾਏ ਸਾਈਡ ਤੇ ਜਿੰਨੀ ਵੀ ਲਾਇਬਿਲਿਟੀਜ਼ ਨੇ ਉਹ ਲਿਖ ਦੋਗੇ। ਟੂ ਪ੍ਰੋਵੀਜ਼ਨ ਅਗੇਂਸਟ ਐਸੈਟ ਦੇ ਅਗੇਂਸਟ ਕੋਈ ਪ੍ਰੋਵੀਜ਼ਨ ਆ then it will be written on the to side. After that अगर कोई provision against liability है then it will be on the buy side. Assets realized ਹੁੰਦੇ ਆ then it will be मतलब asset sold, suppose ਦਿੱਤਾ ਹੈ ਕਿ asset sold for rupees this, stock sold for rupees this, it means कि asset realized ਹੋਇਆ, assets sold ਹੋਇਆ ਆ ਤੇ ਉਹ ਸਾਰੇ ਕਿਹੜੇ ਹੈਡ ਵਿੱਚ ਆਉਣਗੇ ਬਾਏ ਕੈਸ਼ ਅਕਾਊਂਟ ਦੇ ਵਿੱਚ। ਅਗਰ ਕੋਈ ਐਸੈਟ ਕਿਸੇ ਪਾਰਟਨਰ ਦੇ ਥਰੂ ਟੇਕ ਓਵਰ ਕੀਤਾ ਗਿਆ ਆ, ਸਪੋਜ਼ ਦੇਰ ਆਰ 3 ਪਾਰਟਨਰਸ A B and C, B ਨੇ ਟੇਕ ਓਵਰ ਕਰ ਲਿਆ ਸਟਾਕ ਫॉर रुपीज़ ਦਿਸ, ਦੈਨ ਉਸ ਪਾਰਟਨਰ ਦਾ ਨੇਮ ਲਿਖੋਗੇ ਬਾਏ ਪਾਰਟਨਰਸ ਕੈਪੀਟਲ ਅਕਾਊਂਟ। ਬਾਏ ਕੈਸ਼ ਅਗਰ ਕੋਈ ਅਨਰਿਕਾਰਡਡ ਐਸੈਟ ਆ ਦੈਨ ਉਹ ਵੀ ਬਾਏ ਕੈਸ਼ ਦੇ ਵਿੱਚ ਆਏਗਾ। ਬਾਏ ਪਾਰਟਨਰਸ ਕੈਪੀਟਲ ਅਕਾਊਂਟ ਅਗਰ ਕੋਈ ਅਨਰਿਕਾਰਡਡ ਐਸੈਟ ਪਾਰਟਨਰ ਟੇਕ ਓਵਰ ਕੀਤਾ ਆ ਦੈਨ ਉਹ ਵੀ ਬਾਏ ਸਾਈਡ ਮੀਨਸ ਕ੍ਰੈਡਿਟ ਸਾਈਡ ਮੈਂਸ਼ਨ ਕਰੋਗੇ। ਸਿਮਿਲਰਲੀ ਔਨ ਦਾ ਡੈਬਿਟ ਸਾਈਡ ਅਗਰ ਕੋਈ ਲਾਇਬਿਲਿਟੀ ਪੇਡ ਕੀਤੀ ਹੈ ਪਾਰਟਨਰ ਨੇ ਦੈਨ ਟੂ ਪਾਰਟਨਰਸ ਕੈਪੀਟਲ ਅਕਾਊਂਟ, ਅਤੇ ਅਗਰ ਲਾਇਬਿਲਿਟੀਜ਼ ਕੈਸ਼ ਵਿੱਚ ਪੇਡ ਹੋਈਆਂ ਆ ਦੈਨ ਟੂ ਕੈਸ਼ ਅਕਾਊਂਟ। ਲਾਇਬਿਲਿਟੀਜ਼ ਪੇਡ ਤੋਂ ਇਲਾਵਾ ਅਗਰ ਕੁਐਸਚਨ ਵਿੱਚ ਰੀਅਲਾਈਜੇਸ਼ਨ ਐਕਸਪੈਂਸਿਸ ਗਿਵਨ ਆ ਦੈਨ ਉਹ ਵੀ ਟੂ ਕੈਸ਼ ਅਕਾਊਂਟ 'ਚ ਹੁੰਦੇ ਆ। ਅਗਰ ਕੋਈ ਅਨਰਿਕਾਰਡਡ ਲਾਇਬਿਲਿਟੀ ਆ ਉਹ ਵੀ ਟੂ ਕੈਸ਼ ਦੇ ਵਿੱਚ ਆਏਗੀ। ਬਟ ਇਫ ਐਨੀ ਲਾਇਬਿਲਿਟੀ ਇਜ਼ ਪੇਡ ਆਫ ਬਾਈ ਦਾ ਪਾਰਟਨਰ ਚਾਹੇ ਉਹ ਅਨਰਿਕਾਰਡਡ ਹੋਏ ਦੈਨ it will be written to partners capital account. Now after this you will balance the realization account. Buy side balance आया then loss on realization, to side balance आया then it is profit on realization, and it will be divided among the partners in their profit sharing ratio. So this is the performer of realization account. Next is the difference between revaluation account and realization account. Revaluation account ਦਾ ਮਤਲਬ ਕੀ ਆ, ਜਦੋਂ ਤੁਸੀਂ ਐਡਮਿਸ਼ਨ ਦੇ ਚੈਪਟਰ ਦੇ ਵਿੱਚ ਰਿਟਾਇਰਮੈਂਟ ਦੇ ਵਿੱਚ ਰੀਵੈਲੂਏਸ਼ਨ ਬਣਾਉਂਦੇ ਹੋ। ਸੋ ਇਟ ਇਜ਼ ਪ੍ਰੀਪੇਅਰਡ ਐਟ ਦ ਟਾਈਮ ਆਫ ਐਡਮਿਸ਼ਨ, ਰਿਟਾਇਰਮੈਂਟ, ਡੈਥ ਔਰ ਵੈਨ ਦੇਰ ਇਜ਼ ਅ ਚੇਂਜ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਅਮੰਗ ਦਾ ਪਾਰਟਨਰ। ਸੋ ਐਡਮਿਸ਼ਨ ਆ, ਰਿਟਾਇਰਮੈਂਟ ਆ, ਡੈਥ ਆ ਔਰ ਇਨ ਦਾ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆਫ ਦਾ ਪਾਰਟਨਰ। ਰੀਅਲਾਈਜੇਸ਼ਨ ਅਕਾਊਂਟ ਸਿਰਫ ਇੱਕ ਟਾਈਮ 'ਤੇ ਹੀ ਬਣੇਗਾ ਵੈਨ ਦੇਰ ਵਿਲ ਬੀ ਅ ਡਿਜ਼ੋਲੂਸ਼ਨ ਆਫ ਦਾ ਫਰਮ। ਸੋ second point is it records only changes in value of asset and liability. Revaluation account ਦੇ ਵਿੱਚ ਸਿਰਫ ਆਪਾਂ ਚੇਂਜ ਰਿਕਾਰਡ ਕਰਦੇ ਹਾਂ, ਕਿੰਨਾ ਐਸਟ ਵਿੱਚ ਚੇਂਜ ਆਇਆ, ਕਿੰਨਾ ਲਾਇਬਿਲਿਟੀਜ਼ 'ਚ ਚੇਂਜ ਆਇਆ। ਬਟ ਰੀਅਲਾਈਜੇਸ਼ਨ ਦੇ ਵਿੱਚ ਪਹਿਲਾਂ ਤਾਂ ਆਪਾਂ ਸਾਰੇ ਐਸਟਸ ਤੇ ਲਾਇਬਿਲਿਟੀਜ਼ ਕਾਪੀ ਕਰ ਲੈਂਦੇ ਹਾਂ। ਇਟ ਮੀਨਸ ਉਹ ਕਲੋਜ਼ਡ ਕੀਤੇ ਜਾਂਦੇ ਆ ਐਟ ਦੇਅਰ ਬੁੱਕ ਵੈਲਿਊਜ਼, ਕਿਉਂਕਿ ਅਕਾਊਂਟ ਕਲੋਜ਼ ਹੋ ਰਿਹਾ ਆ, ਸਾਰੇ ਐਸਟਸ ਐਂਡ ਲਾਇਬਿਲਿਟੀਜ਼ ਕਲੋਜ਼ ਕੀਤੇ ਜਾਂਦੇ ਆ। ਰੀਵੈਲੂਏਸ਼ਨ ਅਕਾਊਂਟ ਦਾ ਮੇਨ ਮੋਟਿਵ ਹੁੰਦਾ ਆ ਟੂ ਫਾਈਂਡ ਆਊਟ ਦਾ ਪ੍ਰੋਫਿਟ ਔਰ ਲਾਸ ਔਨ ਦਾ ਰੀਵੈਲੂਏਸ਼ਨ ਆਫ ਐਸਟ ਐਂਡ ਲਾਇਬਿਲਿਟੀ, ਕਿ ਐਸਟ ਅਤੇ ਲਾਇਬਿਲਿਟੀ ਦੀ ਜਿਹੜੀ ਰੀਵੈਲੂਏਸ਼ਨ ਆ ਉਸ ਸਿਚੁਏਸ਼ਨ ਦੇ ਵਿੱਚ ਕਿੰਨਾ ਪ੍ਰੋਫਿਟ ਆ। ਬਟ ਰੀਅਲਾਈਜੇਸ਼ਨ ਇਜ਼ ਫਾਈਂਡ ਆਊਟ it is prepared to find out profit or loss on realization of asset and payment of liability, ਕਿ liabilities paid ਕਰਨ ਤੋਂ ਬਾਅਦ ਐਸਿਡਸ ਸੋਲਡ ਕਰਨ ਤੋਂ ਬਾਅਦ ਸਾਡੇ ਕੋਲ ਕਿੰਨਾ ਪ੍ਰੋਫਿਟ ਬਚਿਆ ਆ, ਐਂਡ ਜਿਹੜਾ ਵੀ ਪ੍ਰੋਫਿਟ ਬਚਿਆ ਆ ਉਹ ਅਸੀਂ ਆਪਣਾ ਪਾਰਟਨਰਸ ਦੇ ਵਿੱਚ ਡਿਸਟਰੀਬਿਊਟ ਕਰ ਦਈਏ। ਰੀਵੈਲੂਏਸ਼ਨ ਅਕਾਊਂਟ ਇਟ ਨੈਵਰ ਰਿਕਾਰਡਡ ਐਕਸਪੈਂਸਿਸ ਬਟ ਰੀਅਲਾਈਜੇਸ਼ਨ ਅਕਾਊਂਟ ਇਟ records the realization expense. So these are the differences between the revaluation and realization account. Next is treatment of goodwill. ਹੁਣ ਦੇਖੋ treatment of goodwill ਕਿੱਦਾਂ ਹੁੰਦਾ ਡਿਜ਼ੋਲੂਸ਼ਨ ਦੇ ਵਿੱਚ। ਤੁਸੀਂ ਐਡਮਿਸ਼ਨ ਦੇ ਵਿੱਚ ਵੀ ਤਾਂ ਟ੍ਰੀਟਮੈਂਟ ਕੀਤਾ, ਰਿਟਾਇਰਮੈਂਟ ਦੇ ਵਿੱਚ ਵੀ ਕੀਤਾ, ਡੈਥ ਵਿੱਚ ਵੀ ਕੀਤਾ, ਬਟ ਡਿਜ਼ੋਲੂਸ਼ਨ ਵਿੱਚ ਬਹੁਤ ਹੀ ਸਿੰਪਲ ਆ। ਇਟ ਵਿਲ ਬੀ ਟ੍ਰੀਟਡ ਐਜ਼ ਅ ਨਾਰਮਲ ਐਸੈਟ। ਜਿੱਦਾਂ ਤੁਸੀਂ ਸਟਾਕ ਨੂੰ, ਡੈਟਰਸ ਨੂੰ, ਪਲਾਂਟ ਐਂਡ ਮਸ਼ੀਨਰੀ ਨੂੰ ਟਰੀਟ ਕਰੋਗੇ, ਸਿਮਿਲਰਲੀ ਸੇਮ ਬਿਲਕੁਲ ਤੁਸੀਂ ਟਰੀਟਮੈਂਟ ਆਫ ਗੁੱਡਵਿਲ ਕਰੋਗੇ। ਐਜ਼ ਇਟ ਇਜ਼ ਉਹਨੂੰ ਐਸੈਟ ਨੂੰ ਕਾਪੀ ਕਰੋਗੇ ਟੂ ਸਾਈਡ 'ਤੇ, ਐਂਡ ਅਗਰ ਕੋਈ ਅਮਾਊਂਟ ਰੀਅਲਾਈਜ਼ਡ ਹੁੰਦਾ ਆ ਦੈਨ ਇਟ ਵਿਲ ਬੀ written on the credit side of realization account. So this is the theoretical concept of this chapter, and in the next lecture we will proceed with
some certain examples related to this topic. Okay, so please note down this in your fair notebook. Thanks and have a nice day.